ਓਮ ਸ਼ਾਂਤੀ। आज सुनते हाँ 8 मार्च 2024 ਦੇ ਬਾਬਾ ਦੀ ਸਾਕਾਰ ਮਹਵਾਕ। ਬਾਬਾ ਬੋਲੇ, ਮਿੱਠੇ ਬੱਚੇ, ਬਾਪ ਦੀ ਸਾਕਾਸ਼ ਲੈਣ ਦੇ ਲਈ ਖੁਸ਼ਬੂਦਾਰ ਫੁੱਲ ਬਣੋ। ਸਵੇਰੇ ਸਵੇਰੇ ਉੱਠ ਯਾਦ ਵਿੱਚ ਬੈਠ, ਪਿਆਰ ਨਾਲ ਬਾਬਾ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੋ। ਪ੍ਰਸ਼ਨ ਹੈ, ਬਾਪ ਨੂੰ ਸਭ ਬੱਚੇ ਨੰਬਰਵਾਰ ਯਾਦ ਕਰਦੇ ਨੇ, ਲੇਕਿਨ ਬਾਬਾ ਕਿਨ ਬੱਚਿਆਂ ਨੂੰ ਯਾਦ ਕਰਦੇ ਨੇ? ਬਾਪ ਨੂੰ ਸਭ ਬੱਚੇ ਨੰਬਰਵਾਰ ਯਾਦ ਕਰਦੇ ਨੇ, ਲੇਕਿਨ ਬਾਪ ਕਿੰਨਾ ਬੱਚਿਆਂ ਨੂੰ ਯਾਦ ਕਰਦੇ ਨੇ? ਉੱਤਰ, ਜੋ ਬੱਚੇ ਬੜੇ ਮਿੱਠੇ ਨੇ, ਜਿਨ੍ਹਾਂ ਨੂੰ ਸਰਵਿਸ ਤੋਂ ਬਿਨਾਂ ਕੁਝ ਵੀ ਸੁਝਦਾ ਨਹੀਂ, ਜੋ ਅਤੀ ਪਿਆਰ ਨਾਲ ਬਾਪ ਨੂੰ ਯਾਦ ਕਰਦੇ, ਖੁਸ਼ੀ ਵਿੱਚ ਪ੍ਰੇਮ ਦੇ ਆਂਸੂ ਬਹਾਉਂਦੇ ਨੇ, ਅਜਿਹੇ ਬੱਚਿਆਂ ਨੂੰ ਬਾਪ ਵੀ ਯਾਦ ਕਰਦੇ ਨੇ। ਬਾਪ ਦੀ ਨਜ਼ਰ ਫੁੱਲਾਂ ਵੱਲ ਜਾਂਦੀ ਹੈ, ਕਹਿਣਗੇ ਫਲਾਨੀ ਆਤਮਾ ਬੜੀ ਚੰਗੀ ਹੈ। ਇਹ ਆਤਮਾ ਜਿੱਥੇ ਸਰਵਿਸ ਦੇਖਦੀ ਭੱਜਦੀ ਰਹਿੰਦੀ ਹੈ, ਅਨੇਕਾਂ ਦਾ ਕਲਿਆਣ ਕਰਦੀ ਹੈ। ਬਾਪ ਉਹਨਾਂ ਨੂੰ ਯਾਦ ਕਰਦੇ ਨੇ। ਓਮ ਸ਼ਾਂਤੀ। ਬਾਪ ਬੈਠ ਕੇ ਸਭ ਆਤਮਾਵਾਂ ਨੂੰ ਸਮਝਾਉਂਦੇ ਨੇ। ਸਰੀਰ ਵੀ ਯਾਦ ਪੈਂਦਾ, ਆਤਮਾ ਵੀ ਯਾਦ ਪੈਂਦੀ। ਸਰੀਰ ਬਿਗਰ ਆਤਮਾ ਨੂੰ ਯਾਦ ਨਹੀਂ ਕੀਤਾ ਜਾ ਸਕਦਾ। ਸਮਝਿਆ ਜਾਂਦਾ ਹੈ ਇਹ ਆਤਮਾ ਚੰਗੀ ਹੈ, ਇਹ ਬਾਹੇਮੁਖੀ ਹੈ, ਇਸ ਦੁਨੀਆ ਦੀ ਸੈਰ ਕਰਨਾ ਚਾਹੁੰਦੀ ਹੈ, ਇਹ ਇਸ ਦੁਨੀਆ ਨੂੰ ਭੁੱਲੀ ਹੋਈ ਹੈ। ਪਹਿਲੇ ਉਹਨਾਂ ਦਾ ਨਾਮ ਰੂਪ ਸਾਹਮਣੇ ਆਉਂਦਾ ਹੈ। ਫਲਾਣੇ ਦੀ ਆਤਮਾ ਨੂੰ ਯਾਦ ਕੀਤਾ ਜਾਂਦਾ ਹੈ ਨਾ, ਉਸ ਵਿੱਚ ਇਹ ਗੁਣ ਨੇ। ਫਲਾਣੇ ਆਤਮਾ ਚੰਗੀ ਸਰਵਿਸ ਕਰਦੀ ਹੈ, ਇਹਨਾਂ ਦਾ ਬੁੱਧੀ ਯੋਗ ਬਾਬਾ ਦੇ ਨਾਲ ਹੈ। ਪਹਿਲੇ ਸਰੀਰ ਨੂੰ ਯਾਦ ਕਰਨ ਨਾਲ ਫਿਰ ਆਤਮਾ ਯਾਦ ਆਉਂਦੀ ਹੈ। ਪਹਿਲੇ ਤਾਂ ਸਰੀਰ ਯਾਦ ਆਏਗਾ ਨਾ, ਕਿਉਂਕਿ ਸਰੀਰ ਵੱਡੀ ਚੀਜ਼ ਹੈ। ਫਿਰ ਆਤਮਾ ਜੋ ਸੂਖਮ ਹੈ, ਬੜੀ ਛੋਟੀ ਹੈ, ਉਹ ਯਾਦ ਆਉਂਦੀ ਹੈ। ਵੱਡੇ ਸਰੀਰ ਦੀ ਕੋਈ ਮਹਿਮਾ ਨਹੀਂ ਕੀਤੀ ਜਾਂਦੀ, ਮਹਿਮਾ ਆਤਮਾ ਦੀ ਕੀਤੀ ਜਾਂਦੀ ਹੈ। ਇਹਨਾਂ ਦੀ ਆਤਮਾ ਚੰਗੀ ਸਰਵਿਸ ਕਰਦੀ ਹੈ। ਫਲਾਣੇ ਦੀ ਆਤਮਾ ਇਹਨਾਂ ਤੋਂ ਚੰਗੀ ਹੈ। ਪਹਿਲੇ ਸਰੀਰ ਯਾਦ ਆਉਂਦਾ ਹੈ। ਬਾਪ ਨੂੰ ਅਨੇਕ ਆਤਮਾਵਾਂ ਨੂੰ ਯਾਦ ਕਰਨਾ ਪੈਂਦਾ ਹੈ। ਸਰੀਰ ਦਾ ਨਾਮ ਯਾਦ ਨਹੀਂ ਆਉਂਦਾ, ਸਿਰਫ ਰੂਪ ਸਾਹਮਣੇ ਆਉਂਦਾ ਹੈ। ਫਲਾਣੇ ਦੀ ਆਤਮਾ ਕਹਿਣ ਨਾਲ ਸਰੀਰ ਜ਼ਰੂਰ ਯਾਦ ਪੈਂਦਾ ਹੈ। ਜਿਵੇਂ ਸਮਝਦੇ ਹੋ ਇਸ ਦਾਦਾ ਦੇ ਸਰੀਰ ਵਿੱਚ ਸ਼ਿਵ ਬਾਬਾ ਆਉਂਦੇ ਨੇ, ਜਾਣਦੇ ਨੇ ਇਹਨਾਂ ਦੇ ਤਨ ਵਿੱਚ ਬਾਬਾ ਹੈ, ਸਰੀਰ ਜ਼ਰੂਰ ਯਾਦ ਪਏਗਾ। ਪੁੱਛਦੇ ਨੇ ਅਸੀਂ ਕਿਵੇਂ ਯਾਦ ਕਰੀਏ? ਸ਼ਿਵ ਬਾਬਾ ਨੂੰ ਬ੍ਰਹਮਾ ਤਨ ਵਿੱਚ ਯਾਦ ਕਰੀਏ ਜਾਂ ਪਰਮਧਾਮ ਵਿੱਚ ਯਾਦ ਕਰੀਏ? ਪ੍ਰਸ਼ਨ ਉੱਠਦਾ ਹੈ ਬਹੁਤਿਆਂ ਦਾ। ਬਾਬਾ ਕਹਿੰਦੇ ਯਾਦ ਤਾਂ ਆਤਮਾ ਨੂੰ ਹੀ ਕਰਨਾ ਹੈ, ਸਰੀਰ ਤਾਂ ਜ਼ਰੂਰ ਯਾਦ ਆਉਂਦਾ ਹੈ। ਪਹਿਲੇ ਸਰੀਰ ਯਾਦ ਆਉਂਦਾ, ਫਿਰ ਆਤਮਾ। ਬਾਬਾ ਇਹਨਾਂ ਦੇ ਸਰੀਰ ਵਿੱਚ ਬੈਠਾ ਹੈ, ਜ਼ਰੂਰ ਸਰੀਰ ਯਾਦ ਆਏਗਾ। ਫਲਾਣੇ ਸਰੀਰ ਵਾਲੀ ਆਤਮਾ ਵਿੱਚ ਇਹ ਗੁਣ ਨੇ। ਬਾਬਾ ਵੀ ਦੇਖਦੇ ਨੇ ਕੌਣ ਮੈਨੂੰ ਯਾਦ ਕਰਦੇ ਨੇ, ਕਿੰਨਾ ਵਿੱਚ ਬਹੁਤ ਗੁਣ ਨੇ, ਕਿਸ ਫੁੱਲ ਵਿੱਚ ਖੁਸ਼ਬੂ ਹੈ। ਫੁੱਲਾਂ ਨਾਲ ਸਭ ਨੂੰ ਪਿਆਰ ਹੁੰਦਾ ਹੈ। ਗੁਲਦਸਤਾ ਬਣਾਉਂਦੇ ਨੇ ਨਾ, ਉਸ ਵਿੱਚ ਰਾਜਾ ਰਾਣੀ, ਪਰਜਾ, ਵੱਖ-ਵੱਖ ਫੁੱਲ ਪੱਤੇ ਆਦਿ ਬਣਦੇ ਨੇ। ਕਹਿਣਗੇ ਬਾਬਾ ਦੀ ਨਜ਼ਰ ਫੁੱਲਾਂ ਵੱਲ ਜਾਏਗੀ, ਕਹਿਣਗੇ ਫਲਾਣੇ ਦੀ ਆਤਮਾ ਬੜੀ ਚੰਗੀ ਹੈ, ਬੜੀ ਚੰਗੀ ਸਰਵਿਸ ਕਰਦੀ ਹੈ। ਆਤਮ ਅਭਿਮਾਨ ਵਿੱਚ ਰਹਿ ਬਾਪ ਨੂੰ ਯਾਦ ਕਰਦੇ ਰਹਿੰਦੇ ਨੇ। ਜਿੱਥੇ ਸਰਵਿਸ ਉੱਥੇ ਭੱਜਦੇ ਨੇ। ਫਿਰ ਵੀ ਸਵੇਰੇ ਉੱਠ ਕੇ ਯਾਦ ਵਿੱਚ ਬੈਠਦੇ ਹੋਣਗੇ, ਕਿਸੇ ਨੂੰ ਯਾਦ ਕਰਦੇ ਹੋਣਗੇ ਨਾ। ਸ਼ਿਵ ਬਾਬਾ ਪਰਮਧਾਮ ਵਿੱਚ ਯਾਦ ਆਉਂਦਾ ਹੋਵੇਗਾ ਜਾਂ ਮਧੂਬਨ ਵਿੱਚ ਯਾਦ ਆਉਂਦਾ ਹੋਵੇਗਾ। ਬਾਬਾ ਯਾਦ ਆਉਂਦਾ ਹੋਵੇਗਾ ਨਾ। ਇਹਨਾਂ ਵਿੱਚ ਸ਼ਿਵ ਬਾਬਾ ਹੈ, ਕਿਉਂਕਿ ਬਾਪ ਤਾਂ ਹੇਠਾਂ ਆ ਗਿਆ ਮੁਰਲੀ ਚਲਾਉਣ ਦੇ ਲਈ। ਇਹਨਾਂ ਨੂੰ ਆਪਣਾ ਵੀ ਕੋਈ ਕੰਮ ਹੋਵੇਗਾ ਨਾ। ਉੱਥੇ ਜਾ ਕੇ
ਕੀ ਕਰਨਗੇ। ਇਹਨਾਂ ਦੇ ਤਨ ਵਿੱਚ ਪ੍ਰਵੇਸ਼ ਕਰਦੇ ਨੇ। ਪਹਿਲੇ ਜ਼ਰੂਰ ਸਰੀਰ ਯਾਦ ਆਏਗਾ, ਫਿਰ ਆਤਮਾ। ਪਹਿਲੇ ਸਰੀਰ ਵਿੱਚ ਜੋ ਆਤਮਾ ਹੈ ਅਨੰਨਿਆ ਬੱਚੀ ਹੈ। ਇਸ ਨੂੰ ਸਰਵਿਸ ਬਗੈਰ ਕੁਝ ਸੁਝਦਾ ਨਹੀਂ, ਬਹੁਤ ਮਿੱਠੀ ਹੈ। ਬਾਬਾ ਬੈਠੇ ਰਹਿੰਦੇ ਨੇ, ਸਭ ਨੂੰ ਦੇਖਦੇ ਰਹਿੰਦੇ ਨੇ। ਫਲਾਣੀ ਬੱਚੀ ਬੜੀ ਚੰਗੀ ਹੈ, ਬਹੁਤ ਯਾਦ ਕਰਦੀ ਹੈ। ਬਾਂਧੇਲੀ ਬੱਚੀਆਂ ਨੂੰ ਵਿਕਾਰ ਦੇ ਲਈ ਕਿੰਨੀ ਮਾਰ ਪੈਂਦੀ ਹੈ, ਕਿੰਨਾ ਪਿਆਰ ਨਾਲ ਯਾਦ ਕਰਦੀਆਂ ਹੋਣਗੀਆਂ। ਜਦੋਂ ਬਹੁਤ ਯਾਦ ਕਰਦੀਆਂ ਨੇ, ਖੁਸ਼ੀ ਦੇ ਮਾਰੇ ਪ੍ਰੇਮ ਦੇ ਆਂਸੂ ਵੀ ਆ ਜਾਂਦੇ ਨੇ। ਕਦੇ ਕਦੇ ਉਹ ਆਂਸੂ ਡਿੱਗ ਜਾਂਦੇ ਨੇ। ਬਾਬਾ ਨੂੰ ਹੋਰ ਧੰਦਾ ਹੀ ਕੀ ਹੈ, ਸਭ ਨੂੰ ਯਾਦ ਕਰਦੇ ਨੇ। ਸਭ ਬੱਚੀਆਂ ਯਾਦ ਆਉਂਦੀਆਂ ਨੇ, ਬਹੁਤ ਬੱਚੀਆਂ ਯਾਦ ਆਉਂਦੀਆਂ ਨੇ। ਫਲਾਣੇ ਦੀ ਆਤਮਾ ਵਿੱਚ ਦਮ ਨਹੀਂ, ਬਾਬਾ ਨੂੰ ਯਾਦ ਨਹੀਂ ਕਰਦੀ, ਕਿਸੇ ਨੂੰ ਸੁੱਖ ਨਹੀਂ ਦਿੰਦੀ, ਆਪਣਾ ਵੀ ਕਲਿਆਣ ਨਹੀਂ ਕਰਦੀ। ਬਾਬਾ ਤੇ ਇਹੀ ਜਾਂਚ ਕਰਦੇ ਰਹਿਣਗੇ। ਯਾਦ ਕਰਨਾ ਮਾਨਾ ਸਕਾਸ਼ ਦੇਣਾ। ਆਤਮਾ ਦਾ ਕਨੈਕਸ਼ਨ ਪਰਮਾਤਮਾ ਦੇ ਨਾਲ ਰਹਿੰਦਾ ਹੈ ਨਾ। ਇੱਕ ਦਿਨ ਆਏਗਾ ਜਦੋਂ ਬੱਚੇ ਯੋਗ ਵਿੱਚ ਬਹੁਤ ਰਹਿਣਗੇ, ਇਹ ਵੀ ਕਿਸੇ ਨੂੰ ਯਾਦ ਕਰਨਗੇ ਤਾਂ ਝਟ ਸਾਖਸ਼ਾਤਕਾਰ ਹੋ ਜਾਵੇਗਾ। ਆਤਮਾ ਤਾਂ ਹੈ ਛੋਟੀ ਬਿੰਦੀ, ਸਾਖਸ਼ਾਤਕਾਰ ਕਰਨ ਕੋਈ ਸਮਝ ਨਾ ਸਕੇ, ਫਿਰ ਸਰੀਰ ਹੀ ਯਾਦ ਆਉਂਦਾ ਹੈ। ਆਤਮਾ ਹੈ ਛੋਟੀ ਪਰ ਯਾਦ ਕਰਦੀ ਹੈ, ਉਸ ਦੀ ਆਤਮਾ ਪਾਵਨ ਬਣਦੀ ਜਾਂਦੀ ਹੈ। ਬਗੀਚੇ ਵਿੱਚ ਵੈਰਾਈਟੀ ਫੁੱਲ ਹੁੰਦੇ ਨੇ, ਬਾਬਾ ਵੀ ਦੇਖਦੇ ਨੇ ਇਹ ਬਹੁਤ ਚੰਗਾ ਖੁਸ਼ਬੂਦਾਰ ਫੁੱਲ ਹੈ, ਇਹ ਇੰਨਾ ਨਹੀਂ, ਤਾਂ ਪਦਵੀ ਵੀ ਘੱਟ ਹੋਵੇਗੀ। ਬਾਬਾ ਦੇ ਜੋ ਮਦਦਗਾਰ ਬਣਦੇ ਨੇ ਉਹੀ ਉੱਚ ਪਦ ਪਾਉਂਦੇ ਨੇ, ਨਹੀਂ ਤਾਂ ਪਦਵੀ ਵੀ ਘੱਟ ਹੋਵੇਗੀ। ਜੋ ਬਾਬਾ ਨੂੰ ਯਾਦ ਕਰਦੇ ਬ੍ਰਾਹਮਣ ਤੋਂ ਟ੍ਰਾਂਸਫਰ ਹੋ ਦੇਵਤਾ ਬਣਦੇ ਨੇ। ਇਹ ਵਰਣਨ ਵੀ ਸੰਗਮ ਤੇ ਕਰ ਸਕਦੇ ਹਾਂ, ਇਹ ਦੇਵੀ ਫੁੱਲ ਹੈ ਜਾਂ ਆਸੁਰੀ ਫੁੱਲ। ਫੁੱਲ ਤਾਂ ਸਭ ਨੇ ਪਰ ਵੈਰਾਈਟੀ ਬਹੁਤ ਹੈ। ਬਾਬਾ ਨੂੰ ਯਾਦ ਕਰਦੇ ਰਹਿੰਦੇ ਨੇ। ਟੀਚਰ ਆਪਣੇ ਸਟੂਡੈਂਟ ਨੂੰ ਯਾਦ ਕਰਨਗੇ ਨਾ, ਇਹ ਘੱਟ ਪੜ੍ਹਦੇ ਨੇ, ਦਿਲ ਵਿੱਚ ਸਮਝਣਗੇ ਨਾ, ਇਹ ਬਾਪ ਵੀ ਹੈ, ਟੀਚਰ ਵੀ ਹੈ। ਬਾਪ ਤਾਂ ਹੈ ਹੀ, ਟੀਚਰ ਬਣੇਗਾ ਜਾਸਤੀ ਚੱਲਦਾ ਹੈ। ਟੀਚਰ ਨੂੰ ਰੋਜ਼ ਪੜ੍ਹਾਉਣਾ ਹੈ। ਇਸ ਪੜ੍ਹਾਈ ਦੀ ਤਾਕਤ ਨਾਲ ਉਹ ਪਦਵੀ ਪਾਉਂਦੇ ਨੇ। ਸਵੇਰੇ ਤੁਸੀਂ ਸਭ ਭਾਈ ਬਾਪ ਦੀ ਯਾਦ ਵਿੱਚ ਬੈਠਦੇ ਹੋ, ਉਹ ਸਬਜੈਕਟ ਹੈ ਯਾਦ ਦੀ। ਫਿਰ ਮੁਰਲੀ ਚੱਲਦੀ ਹੈ, ਉਹ ਹੈ ਪੜ੍ਹਾਈ ਦੀ ਸਬਜੈਕਟ। ਮੁੱਖ ਹੈ ਯੋਗ ਤੇ ਪੜ੍ਹਾਈ। ਉਸ ਨੂੰ ਗਿਆਨ ਤੇ ਵਿਗਿਆਨ ਵੀ ਕਿਹਾ ਜਾਂਦਾ। ਇਹ ਗਿਆਨ ਵਿਗਿਆਨ ਭਵਨ ਹੈ ਜਿੱਥੇ ਬਾਪ ਆ ਕੇ ਸਿਖਾਉਂਦੇ ਨੇ। ਗਿਆਨ ਨਾਲ ਸਾਰੀ ਸ੍ਰਿਸ਼ਟੀ ਦੀ ਨੌਲੇਜ ਮਿਲ ਜਾਂਦੀ ਹੈ। ਵਿਗਿਆਨ ਮਾਨਾ ਤੁਸੀਂ ਯੋਗ ਵਿੱਚ ਰਹਿੰਦੇ ਹੋ, ਜਿਸ ਨਾਲ ਪਾਵਨ ਬਣ ਜਾਂਦੇ ਹੋ। ਤੁਹਾਨੂੰ ਅਰਥ ਦਾ ਪਤਾ ਹੈ। ਬਾਪ ਬੱਚਿਆਂ ਨੂੰ ਦੇਖਦੇ ਰਹਿੰਦੇ ਨੇ। ਦੇਹੀ ਅਭਿਮਾਨੀ ਬਣਨ ਨਾਲ ਹੀ ਸਾਰੇ ਭੂਤ ਨਿਕਲ ਜਾਣਗੇ। ਹਿਸਾਬ ਕਿਤਾਬ ਜਦੋਂ ਚੁਕਤੂ ਹੋਏਗਾ, ਫਿਰ ਚੱਲਣ ਅਨੁਸਾਰ ਹੀ ਪਦਵੀ ਪਾਓਗੇ। ਕਲਾਸ ਟ੍ਰਾਂਸਫਰ ਹੁੰਦੇ ਨੇ। ਇਸ ਦੁਨੀਆ ਦਾ ਟ੍ਰਾਂਸਫਰ ਹੇਠਾਂ ਹੋ ਰਿਹਾ ਹੈ, ਤੁਹਾਡਾ ਟ੍ਰਾਂਸਫਰ ਉੱਪਰ ਹੋ ਰਿਹਾ ਹੈ। ਕਿੰਨਾ ਫਰਕ ਹੈ ਨਾ। ਉਹ ਕਲਯੁਗੀ ਸੀੜੀ ਹੇਠਾਂ ਉਤਰਦੇ ਜਾਂਦੇ ਨੇ। ਤੁਸੀਂ ਪੁਰਸ਼ੋਤਮ ਸੰਗਮ ਯੁਗੀ ਹੋ, ਸੀੜੀ ਉੱਪਰ ਚੜ੍ਹਦੇ ਹੋ। ਦੁਨੀਆ ਇਹੀ ਹੈ, ਸਿਰਫ ਬੁੱਧੀ ਦਾ ਕੰਮ ਹੈ। ਤੁਸੀਂ ਕਹਿੰਦੇ ਹੋ ਅਸੀਂ ਸੰਗਮ ਯੁਗੀ ਹਾਂ। ਪੁਰਸ਼ੋਤਮ ਬਣਾਉਣ ਦੇ ਲਈ ਬਾਪ ਨੂੰ ਆਉਣਾ ਪੈਂਦਾ ਹੈ। ਤੁਹਾਡੇ ਲਈ ਹੁਣ ਪੁਰਸ਼ੋਤਮ ਸੰਗਮ ਯੁਗ ਹੈ। ਬਾਕੀ ਸਭ ਕੋ ਹਨੇਰੇ ਵਿੱਚ ਨੇ। ਭਗਤੀ ਨੂੰ ਬਹੁਤ ਚੰਗਾ ਸਮਝਦੇ ਨੇ, ਕਿਉਂਕਿ ਉਹਨਾਂ ਨੂੰ ਗਿਆਨ ਦਾ ਪਤਾ ਹੀ ਨਹੀਂ। ਤੁਹਾਨੂੰ ਹੁਣ ਗਿਆਨ ਮਿਲਿਆ, ਤੁਸੀਂ ਸਭ ਸਮਝਦੇ ਹੋ। ਗਿਆਨ ਦੀ ਇੱਕ ਚੁਟਕੀ ਨਾਲ ਅੱਧਾ ਕਲਪ ਦੇ ਲਈ ਅਸੀਂ ਚੜ੍ਹਦੇ ਨੇ, ਫਿਰ ਉੱਥੇ ਗਿਆਨ ਦੀ ਗੱਲ ਨਹੀਂ ਹੋਵੇਗੀ। ਇਹ ਸਭ ਗੱਲਾਂ ਮਹਾਰਥੀ ਬੱਚੇ ਸੁਣ ਕੇ ਧਾਰਨ ਕਰਕੇ ਸੁਣਾਉਂਦੇ ਰਹਿਣਗੇ। ਬਾਕੀ ਇੱਥੋਂ ਨਿਕਲੇ ਖਲਾਸ। ਕਰਮ ਅਕਰਮ ਵਿਕਰਮ ਦਾ ਰਾਜ ਵੀ ਭਗਵਾਨ ਹੀ ਸਮਝਾਉਂਦੇ ਨੇ। ਇਹ ਹੈ ਕਲਪ ਦਾ ਸੰਗਮ ਯੁਗ। ਜਦ ਕਿ ਦੁਨੀਆ ਖਤਮ ਹੋ ਨਵੀਂ ਦੁਨੀਆ ਸਥਾਪਨ ਹੋਣੀ ਹੈ। ਵਿਨਾਸ਼ ਸਾਹਮਣੇ ਖੜਾ ਹੈ। ਤੁਸੀਂ ਸੰਗਮ ਯੁਗ ਤੇ ਖੜੇ ਹੋ। ਮਨੁੱਖਾਂ ਦੇ ਲਈ ਕਲਯੁਗ ਚੱਲ ਰਿਹਾ ਹੈ। ਕਿੰਨਾ ਘੋਰ ਹਨੇਰਾ ਹੈ। ਡਿੱਗਦੇ ਹੀ ਰਹਿੰਦੇ ਨੇ। ਕੋਈ ਤਾਂ ਡਿਗਾਣ ਦੇ ਨਿਮਿਤ ਵੀ ਬਣ ਜਾਂਦੇ ਨੇ।
ਇਹ ਹੈ ਹੀ ਰਾਵਣ। ਇਸ ਸਭਾ ਵਿੱਚ ਵਾਸਤਵ ਵਿੱਚ ਕੋਈ ਪਤਿਤ ਨਹੀਂ ਬੈਠ ਸਕਦਾ। ਪਤਿਤ ਵਾਯੂਮੰਡਲ ਨੂੰ ਖਰਾਬ ਕਰੇਗਾ। ਜੇਕਰ ਕੋਈ ਛਿਪ ਕੇ ਆ ਕੇ ਬੈਠਦੇ, ਉਹਨਾਂ ਨੂੰ ਚੋਟ ਲੱਗਦੀ ਹੈ, ਇੱਕਦਮ ਡਿੱਗ ਪੈਣਗੇ। ਈਸ਼ਵਰੀ ਸਭਾ ਵਿੱਚ ਕੋਈ ਆਸੁਰ ਆ ਕੇ ਬੈਠਦਾ ਹੈ, ਝੱਟ ਪਤਾ ਪਏਗਾ ਪੱਥਰ ਬੁੱਧੀ ਹੈਗੀ। ਬਾਕੀ ਵੀ ਪੱਥਰ ਬੁੱਧੀ ਹੋ ਜਾਵੇਗਾ, 100 ਗੁਣਾ ਦੰਡ ਪੈ ਜਾਏਗਾ। ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਗੇ। ਕਹਿਣਗੇ ਅਸੀਂ ਦੇਖਾਂਗੇ, ਇਹਨਾਂ ਨੂੰ ਪਤਾ ਲੱਗਦਾ ਹੈ। ਸਾਨੂੰ ਕੀ ਪਈ, ਜੋ ਕਰੇਗਾ ਸੋ ਪਾਏਗਾ। ਸਾਨੂੰ ਜਾਣਨ ਦੀ ਜ਼ਰੂਰਤ ਨਹੀਂ। ਬਾਪ ਤੋਂ ਸਦਾ ਸੱਚਾ ਰਹਿਣਾ ਹੈ। ਕਹਿੰਦੇ ਨੇ ਸੱਚ ਤੋਂ ਬਿਠੋ ਨੱਚ। ਸੱਚੇ ਰਹੋਗੇ, ਆਪਣੀ ਰਾਜਧਾਨੀ ਵਿੱਚ ਡਾਂਸ ਕਰੋਗੇ। ਬਾਪ ਹੈ ਹੀ ਸੱਚ। ਬੱਚਿਆਂ ਨੂੰ ਵੀ ਟਰੁੱਥ ਸੱਚ ਬਣਨਾ ਚਾਹੀਦਾ। ਬਾਬਾ ਪੁੱਛਦੇ ਨੇ, ਸ਼੍ਰੀ ਬਾਬਾ ਕਹਿੰਦੇ ਕਿੱਥੇ ਨੇ? ਕਹਿੰਦੇ ਨੇ ਇਹਨਾਂ ਵਿੱਚ ਹੈ। ਪਰਮ ਧਾਮ ਛੱਡ ਦੂਰ ਦੇਸ਼ ਦੇ ਰਹਿਣ ਵਾਲੇ ਆਏ ਦੇਸ਼ ਪਰ ਆਏ, ਉਹਨਾਂ ਨੂੰ ਹੁਣ ਬਹੁਤ ਸਰਵਿਸ ਕਰਨੀ ਹੈ। ਬਾਪ ਕਹਿੰਦੇ ਨੇ ਮੈਨੂੰ ਰਾਤ ਦਿਨ ਇੱਥੇ ਸਰਵਿਸ ਕਰਨੀ ਪੈਂਦੀ ਹੈ। ਸੰਦੇਸ਼ੀਆਂ ਨੂੰ, ਭਗਤਾਂ ਨੂੰ ਸਾਖਸ਼ਾਤਕਾਰ ਕਰਾਉਣਾ ਪੈਂਦਾ ਹੈ। ਹੈ ਤਾਂ ਇੱਥੇ, ਉੱਥੇ ਕੋਈ ਸਰਵਿਸ ਨਹੀਂ। ਸਰਵਿਸ ਵੀ ਕਰ। ਬਾਬਾ ਨੂੰ ਸੁੱਖ ਨਾ ਆਵੇ, ਸਾਰੀ ਦੁਨੀਆ ਦੀ ਸਰਵਿਸ ਕਰਨੀ ਹੈ। ਸਭ ਬੁਲਾਉਂਦੇ ਨੇ, ਬਾਬਾ ਆਓ। ਕਹਿੰਦੇ ਨੇ ਮੈਂ ਇਸ ਰੱਥ ਵਿੱਚ ਆਉਂਦਾ ਹਾਂ। ਉਹਨਾਂ ਨੇ ਫਿਰ ਘੋੜਾ ਗੱਡੀ ਬਣਾ ਦਿੱਤਾ। ਹੁਣ ਘੋੜੇ ਗੱਡੀ ਵਿੱਚ ਸ਼੍ਰੀ ਕ੍ਰਿਸ਼ਨ ਕਿਵੇਂ ਬੈਠਣਗੇ? ਐਵੇਂ ਨਹੀਂ ਕੋਈ ਸ਼ੌਕ ਹੁੰਦਾ ਹੈ ਘੋੜਾ ਗੱਡੀ ਵਿੱਚ ਬੈਠਣ ਦਾ। ਦੇਹੀ ਅਭਿਮਾਨੀ ਤੇ ਦੇ ਅਭਿਮਾਨ ਬਣਨ ਦੀਆਂ ਗੱਲਾਂ ਸੰਗਮ ਯੁੱਗ ਤੇ ਹੀ ਹੁੰਦੀਆਂ ਨੇ। ਸਿਵਾਏ ਬਾਪ ਦੇ ਹੋਰ ਕੋਈ ਗੱਲਾਂ ਸਮਝਾ ਨਹੀਂ ਸਕਦੇ। ਇਹ ਵੀ ਤੁਸੀਂ ਜਾਣਦੇ ਹੋ। ਪਹਿਲੇ ਨਹੀਂ ਜਾਣਦੇ ਸੀ। ਕੀ ਕੋਈ ਗੁਰੂ ਨੇ ਸਿਖਾਇਆ? ਗੁਰੂ ਤਾਂ ਬਹੁਤ ਕੀਤੇ, ਕਿਸੇ ਨੇ ਵੀ ਨਹੀਂ ਸਿਖਾਇਆ। ਬਹੁਤ ਲੋਕ ਗੁਰੂ ਕਰਦੇ ਨੇ, ਸਮਝਦੇ ਨੇ ਕਿਸੇ ਤੋਂ ਸ਼ਾਂਤੀ ਦਾ ਰਸਤਾ ਮਿਲ ਜਾਵੇ। ਬਾਪ ਕਹਿੰਦੇ ਨੇ ਸ਼ਾਂਤੀ ਦਾ ਸਾਗਰ ਇੱਕ ਬਾਪ ਹੈ, ਉਹ ਨਾਲ ਲੈ ਜਾਂਦੇ ਨੇ। ਸੁੱਖ ਧਾਮ ਸ਼ਾਂਤੀ ਧਾਮ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਕਾਲਯੁਗ ਵਿੱਚ ਹੈ ਸ਼ੂਦਰ ਵਰ, ਪੁਰਸ਼ੋਤਮ ਸੰਗਮ ਯੁਗ ਹੈ ਬ੍ਰਾਹਮਣ ਵਰ। ਇਹਨਾਂ ਵਰਨਾਂ ਦਾ ਤੁਹਾਡੇ ਸਿਵਾਏ ਕਿਸੇ ਨੂੰ ਪਤਾ ਨਹੀਂ। ਇੱਥੇ ਤੁਸੀਂ ਸੁਣਦੇ ਹੋ, ਬਾਹਰ ਨਿਕਲਣ ਨਾਲ ਸਭ ਕੁਝ ਭੁੱਲ ਜਾਂਦੇ ਹੋ। ਧਾਰਨਾ ਨਹੀਂ ਹੁੰਦੀ। ਬਾਪ ਕਹਿੰਦੇ ਨੇ ਕਿਤੇ ਵੀ ਜਾਓ ਬੈਜ ਜ਼ਰੂਰ ਲਗਾਓ। ਇਸ ਵਿੱਚ ਸ਼ਰਮ ਦੀ ਕੋਈ ਗੱਲ ਨਹੀਂ। ਇਹ ਤਾਂ ਬਾਬਾ ਨੇ ਬਹੁਤਿਆਂ ਦੇ ਕਲਿਆਣ ਦੇ ਲਈ ਬਣਾਇਆ ਹੈ। ਕਿਸੇ ਨੂੰ ਵੀ ਸਮਝਾ ਕੇ ਦਿਓ, ਕੋਈ ਸੈਂਸੀਬਲ ਹੋਏਗਾ, ਕਹੇਗਾ ਇਸ 'ਤੇ ਤੁਹਾਡਾ ਖਰਚਾ ਹੋਇਆ ਹੋਏਗਾ। ਬੋਲੋ ਖਰਚਾ ਤਾਂ ਹੁੰਦਾ ਹੀ ਹੈ। ਗਰੀਬਾਂ ਦੇ ਲਈ ਫ੍ਰੀ ਹੈ। ਉਹ ਧਾਰਨਾ ਕਰ ਲਵੇ ਤਾਂ ਉੱਚ ਪਦ ਪਾ ਸਕਦੇ ਨੇ। ਗਰੀਬਾਂ ਕੋਲ ਪੈਸੇ ਨਹੀਂ ਤਾਂ ਕੀ ਕਰਨਗੇ? ਕੋਈ ਕੋਲ ਪੈਸੇ ਨੇ ਪਰ ਮਨਹੂਸ ਨੇ, ਕੰਜੂਸ ਨੇ। ਇਸ ਨੇ ਬ੍ਰਹਮਾ ਨੇ ਪ੍ਰੈਕਟੀਕਲ ਕਰਕੇ ਦਿਖਾਇਆ। ਸਭ ਕੁਝ ਮਾਤਾਵਾਂ ਦੇ ਹਵਾਲੇ ਕਰ ਦਿੱਤਾ। ਤੁਸੀਂ ਬੈਠ ਸਭ ਕੁਝ ਸੰਭਾਲੋ, ਕਿਉਂਕਿ ਹੁਣ ਗਿਆਨ ਮਿਲਿਆ ਹੈ। ਪਿਛਾੜੀ ਵਿੱਚ ਕੁਝ ਵੀ ਯਾਦ ਨਾ ਆਏ। ਅੰਤ ਕਾਲ ਜੋ ਇਸਤਰੀ ਸਿਮਰੇ, ਵੱਡੀ ਵੱਡੀ ਬਿਲਡਿੰਗਸ ਆਦਿ ਹੋਵੇਗੀ ਜ਼ਰੂਰ ਯਾਦ ਆਉਣਗੀਆਂ, ਪਰ ਥੋੜਾ ਵੀ ਗਿਆਨ ਸੁਰਿਆ ਪਰਜਾ ਵਿੱਚ ਜ਼ਰੂਰ ਆਉਣਗੇ। ਬਾਪ ਤਾਂ ਹੈ ਹੀ ਗਰੀਬ ਨਿਵਾਜ। ਕੋਈ ਕੋਲ ਪੈਸੇ ਹੁੰਦੇ ਨੇ ਤਾਂ ਵੀ ਮਨੂਸ ਹੁੰਦੇ ਨੇ। ਇਹ ਨਹੀਂ ਸਮਝਦੀ ਪਹਿਲਾ ਵਾਰਿਸ ਸ਼ਿਵ ਬਾਬਾ ਹੈ। ਭਗਵਾਨ ਵਾਰਿਸ ਭਗਤੀ ਮਾਰਗ ਵਿੱਚ ਵੀ ਹੈ। ਈਸ਼ਵਰ ਅਰਥ ਦਿੰਦੇ ਨੇ ਕਿ ਉਹ ਕੰਗਾਲ ਹੈ ਜੋ ਉਹਨਾਂ ਨੂੰ ਦਿੰਦੇ ਨੇ। ਸਮਝਦੇ ਨੇ ਈਸ਼ਵਰ ਦੇ ਨਾਮ ਤੇ ਗਰੀਬਾਂ ਨੂੰ ਦਿਆਂਗੇ ਤਾਂ ਈਸ਼ਵਰ ਐਮਜੇ ਵਿੱਚ ਰਿਟਰਨ ਦੇਵੇਗਾ। ਦੂਜੇ ਜਨਮ ਵਿੱਚ ਮਿਲਦਾ ਹੀ ਹੈ। ਕਹਿੰਦੇ ਨੇ ਦੇ ਦਾਨ ਤਾਂ ਛੁੱਟੇ ਗ੍ਰਹਿਣ। ਬਾਬਾ ਨੂੰ ਸਭ ਕੁਝ ਦੇ ਦਿੱਤਾ, ਸਰੀਰ, ਮਿੱਤਰ, ਸੰਬੰਧੀ ਆਦਿ ਸਭ ਕੁਝ ਬਾਬਾ ਨੂੰ ਸਮਰਪਣ ਕਰ ਦਿੱਤਾ। ਇਹ ਸਭ ਕੁਝ ਤੁਹਾਡਾ ਹੈ। ਇਸ ਸਮੇਂ ਸਾਰੀ ਦੁਨੀਆ ਤੇ ਗ੍ਰਹਿਣ ਲੱਗਿਆ ਹੋਇਆ ਹੈ। ਉਹ ਕਿਵੇਂ ਇੱਕ ਸੈਕਿੰਡ ਵਿੱਚ ਛੁੱਟ ਜਾਵੇ। ਕਾਲੇ ਤੋਂ ਗੋਰੇ ਕਿਵੇਂ ਬਣੀਏ ਇਹ ਤੁਸੀਂ ਜਾਣਦੇ ਹੋ। ਫਿਰ ਹੋਰਾਂ ਨੂੰ ਵੀ ਸਮਝਾਉਂਦੇ ਹੋ। ਜੋ ਕਹਿੰਦੇ ਨੇ ਅਸੀਂ ਅੰਦਰ ਵੀ ਸਮਝਦੇ ਹਾਂ ਪਰ ਕਿਸੇ ਨੂੰ ਸਮਝਾ ਨਹੀਂ ਸਕਦੇ, ਉਹ ਕੋਈ ਕੰਮ ਦੇ ਨਹੀਂ। ਬਾਪ ਕਹਿੰਦੇ ਨੇ ਦੇ ਦਾਨ ਤਾਂ ਛੁੱਟੇ ਗ੍ਰਹਿਣ। ਅਸੀਂ ਤੁਹਾਨੂੰ ਅਵਿਨਾਸ਼ੀ ਰਤਨ ਦਿੰਦੇ ਹਾਂ, ਉਹ ਸਭ ਨੂੰ ਦਿੰਦੇ ਜਾਓ। ਤੇ ਭਾਰਤ ਤੇ ਸਾਰੀ ਦੁਨੀਆ ਤੇ ਜੋ ਰਾਹੂ ਦਾ ਗ੍ਰਹਿਣ ਲੱਗਿਆ ਹੋਇਆ ਹੈ ਉਹ ਉਤਰ ਜਾਏਗਾ। ਬ੍ਰਹਸਪਤੀ ਦੀ ਦਸ਼ਾ ਹੋ ਜਾਏਗੀ।
ਸਭ ਤੋਂ ਚੰਗੀ ਹੁੰਦੀ ਹੈ ਬ੍ਰਹਸਪਤੀ ਦੀ ਦਸ਼ਾ। ਹੁਣ ਤੁਸੀਂ ਜਾਣਦੇ ਹੋ, ਭਾਰਤ ਖਾਸ ਆਮ ਦੁਨੀਆ ਤੇ ਰਾਹੂ ਦਾ ਗ੍ਰਹਿਣ ਲੱਗਿਆ ਹੋਇਆ ਹੈ। ਉਹ ਕਿਵੇਂ ਛੁੱਟੇਗਾ? ਇਹ ਤਾਂ ਬਾਪ ਹੈ ਨਾ। ਬਾਪ ਤੁਹਾਡੇ ਤੋਂ ਪੁਰਾਣਾ ਲੈ ਕੇ ਨਵਾਂ ਦਿੰਦੇ ਨੇ। ਇਸ ਨੂੰ ਕਿਹਾ ਜਾਂਦਾ ਬ੍ਰਹਸਪਤੀ ਦੀ ਦਸ਼ਾ। ਮੁਕਤੀ ਧਾਮ ਵਿੱਚ ਜਾਣ ਵਾਲਿਆਂ ਦੇ ਲਈ ਬ੍ਰਹਸਪਤੀ ਦੀ ਦਸ਼ਾ ਨਹੀਂ ਕਹਾਂਗੇ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਸਦਾ ਖੁਸ਼ੀ ਵਿੱਚ ਡਾਂਸ ਕਰਨ ਦੇ ਲਈ ਸੱਚੇ ਬਾਪ ਨਾਲ ਸਦਾ ਸੱਚਾ ਰਹਿਣਾ ਹੈ, ਕੁਝ ਵੀ ਛਿਪਾਣਾ ਨਹੀਂ ਹੈ। ਦੂਜਾ, ਬਾਬਾ ਜੋ ਅਵਿਨਾਸ਼ੀ ਰਤਨ ਦਿੰਦੇ ਨੇ, ਸਭ ਨੂੰ ਵੰਡਣੇ ਨੇ। ਨਾਲ ਨਾਲ ਸ਼ਿਵ ਬਾਬਾ ਨੂੰ ਆਪਣਾ ਵਾਰਿਸ ਬਣਾ ਕੇ ਸਭ ਕੁਝ ਸਫਲ ਕਰਨਾ ਹੈ। ਇਸ ਵਿੱਚ ਮਨਹੂਸ ਕੰਜੂਸ ਨਹੀਂ ਬਣਨਾ ਹੈ। ਵਰਦਾਨ ਹੈ, ਬਿੰਦੂ ਤੇ ਬੂੰਦ ਦੇ ਮਹੱਤਵ ਨੂੰ ਸਮਝ ਆਪਣੀ ਸ੍ਰੇਸ਼ਟ ਸਥਿਤੀ ਬਣਾਉਣ ਵਾਲੇ ਸਿੱਧੀ ਸਰੂਪ ਭਵ। ਬਿੰਦੂ ਤੇ ਬੂੰਦ ਦੇ ਮਹੱਤਵ ਨੂੰ ਸਮਝ ਆਪਣੀ ਸ੍ਰੇਸ਼ਟ ਸਥਿਤੀ ਬਣਾਉਣ ਵਾਲੇ ਸਿੱਧੀ ਸਰੂਪ ਭਵ। ਸ਼ਿਵ ਪਰਮਾਤਮਾ ਦੀ ਪੂਜਾ ਵਿੱਚ ਇੱਕ ਬਿੰਦੂ ਦੀ ਵਿਸ਼ੇਸ਼ਤਾ ਹੈ, ਦੂਜੀ ਬੂੰਦ ਬੂੰਦ ਦੀ ਵਿਸ਼ੇਸ਼ਤਾ ਹੈ। ਦੋਹਾਂ ਦਾ ਆਪਣਾ ਮਹੱਤਵ ਹੈ। ਆਤਮਾ ਪਰਮਾਤਮਾ ਤੇ ਪ੍ਰਕਿਰਤੀ ਦਾ ਇੱਕ ਖੇਡ ਅਰਥਾਤ ਡਰਾਮਾ। ਤਿੰਨਾਂ ਦਾ ਗਿਆਨ ਪ੍ਰੈਕਟੀਕਲ ਲਾਈਫ ਵਿੱਚ ਬਿੰਦੂ ਹੀ ਅਨੁਭਵ ਹੁੰਦਾ ਹੈ। ਬੂੰਦ ਹੈ ਸ਼ੁੱਧ ਸੰਕਲਪਾਂ ਦੀ ਸਮ੍ਰਿਤੀ, ਜਿਸ ਨਾਲ ਮਿਲਣ ਦੀ ਸਿੱਧੀ ਦਾ ਅਨੁਭਵ ਹੁੰਦਾ ਹੈ। ਰੂਹ ਰਿਹਾਨ ਵਿੱਚ ਪ੍ਰਾਪਤੀਆਂ ਦੀ ਸ਼ੀਤਲ ਬੂੰਦਾਂ ਬਾਪ ਤੇ ਪਾਉਂਦੇ ਹੋ। ਇਸ ਨਾਲ ਸ੍ਰੇਸ਼ਟ ਸਥਿਤੀ ਬਣ ਜਾਂਦੀ ਹੈ। ਇਸ ਦਾ ਯਾਦਗਾਰ ਭਗਤੀ ਮਾਰਗ ਵਿੱਚ ਚਲਿਆ ਆਉਂਦਾ ਹੈ। ਸਲੋਗਨ ਹੈ, ਜ਼ਿਆਦਾ ਬੋਲਣ ਨਾਲ ਦਿਮਾਗ ਦੀ ਐਨਰਜੀ ਘੱਟ ਹੋ ਜਾਂਦੀ ਹੈ, ਇਸ ਲਈ ਸ਼ਾਰਟ ਤੇ ਸਵੀਟ ਬੋਲੋ। ਜ਼ਿਆਦਾ ਬੋਲਣ ਨਾਲ ਦਿਮਾਗ ਦੀ ਐਨਰਜੀ ਘੱਟ ਹੋ ਜਾਂਦੀ ਹੈ, ਇਸ ਲਈ ਸ਼ਾਰਟ ਤੇ ਸਵੀਟ ਬੋਲੋ। ਅੱਛਾ, ਓਮ ਸ਼ਾਂਤੀ।